ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘਾਂ ਉੱਪਰ ਇਸ ਤਰ੍ਹਾਂ ਘਾਲ ਕਰਦਾ ਰਿਹਾ, ਸਦਾ ਮੈਲ ਘਟਦੀ ਗਈ, ਅੰਦਰ ਸੁੱਖ ਦਾ ਵਾਧਾ ਪੈਂਦਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣਾ ਨੂਰ ਜਗਤ ਨੂੰ ਲੈ ਕੇ ਆਪਣੇ ਜੋਤੀ ਮੰਡਲਾਂ ਨੂੰ ਚਲੇ ਗਏ ਹਨ। ਸਿੰਘਾਂ ਉਹ ਜਗਤ ਗੁਰੂ ਅੰਗਦ ਦੇਵ ਜੀ ਵਿੱਚ ਵੇਖਦਾ ਕ੍ਰਿਤ ਹੁੰਦਾ ਰਿਹਾ। ਖਡੂਰ ਸਾਹਿਬ ਦਰਸ਼ਨਾਂ ਨੂੰ ਜਾਂਦਾ ਹੈ ਤੇ ਲਾਭ ਲੈਂਦਾ ਹੈ। ਇਸ ਸਮੇਂ ਉਸਦੇ ਘਰ ਪੁੱਤਰ ਹੋਇਆ। ਬਿਰਾਦਰੀ ਦੀ ਰਸਮ ਮੁਜਬ ਉਸਨੇ ਘਰ ਸਮਾਗਮ ਕਰਨਾ ਸੀ। ਉਸ ਸਮੇਂ ਬੱਕਰਿਆਂ ਦੇ ਮਾਸ ਤੇ ਹੋਰ ਸਮਾਗਮ ਹੋਣੇ ਸਨ। ਉਸ ਦੀ ਤ੍ਰੀਮਤ ਨੇ ਸਾਰੀ ਤਿਆਰੀ ਕਰ ਲਈ, ਪਰ ਸਿੰਘੇ ਨੇ ਗੁਰੂ ਰਜ਼ਾ ਰਹਿਬਰ ਰੱਖੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਦਿੱਤਾ ਕਿ ਇਸ ਸਮੇਂ ਪਲਾਲ ਕਰਨੇ ਤੇ ਬੱਕਰੇ ਮਾਰਨੇ ਛੋੜ ਕੇ ਬੱਚੇ ਨੂੰ ਸਾਡੇ ਪਾਸ ਲੈ ਆਓ, ਅਸੀਂ ਉਸ ਨੂੰ ਸਿੱਖ ਬਣਾਵਾਂਗੇ। ਸਿੰਘੇ ਨੇ ਸਾਰੇ ਪਲਾਲ ਛੋੜ ਦਿੱਤੇ ਤੇ ਪੁੱਤਰ ਨੂੰ ਗੁਰੂ ਕੇ ਦੁਆਰੇ ਖਡੂਰ ਸਾਹਿਬ ਲਿਜਾ ਕੇ ਗੁਰੂ ਕਾ ਸਿੱਖ ਬਣਾਇਆ। ਜੈਸਾ ਕਿ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ, ਸਤਿਗੁਰੂ ਦੁਆਰ ਸਿੱਖ ਕੋ ਕੀਓ ਕਾਰਜ ਹੋਏ ਰਾਸ। ਇਹ ਦੂਸਰੀ ਵੇ ਲੋਕ ਲਾਜ ਦਾ ਸਮਾਂ ਆਇਆ ਸੀ, ਜਿਸ ਨੂੰ ਸਿੰਘਾਂ ਜੀ ਜਿੱਤ ਗਏ ਤੇ ਆਪਣੇ ਰਾਹੇ ਟੁਰ ਰਹੇ। ਅਨੁਮਾਨ ਹੁੰਦਾ ਹੈ ਕਿ ਇੰਨੇ ਦਿਨੀ ਸਿੰਘਾਂ ਜੀ ਗੋਇੰਦਵਾਲ ਆ ਰਹੇ ਸੀ। ਗੋਇੰਦਵਾਲ ਦੂਸਰੇ ਸਾਹਿਬਾਂ ਦੀ ਆਗਿਆ ਵਿੱਚ ਤੀਸਰੇ ਸਾਹਿਬਾਂ ਦਾ ਵਸਾਇਆ ਨਗਰ ਸੀ। ਆਗਿਆ ਪਾ ਕੇ ਉੱਥੇ ਅਨੇਕਾਂ ਸਿੱਖਾਂ ਜਾ ਵਸੇ, ਜੋ ਸਿੰਘਾਂ ਜੀ ਦੇ ਵੀ ਉੱਥੇ ਜਾ ਰਹਿਣ ਦਾ ਥੋ ਪੈਂਦਾ ਹੈ। ਸਿੰਘਾਂ ਜੀ ਦੀ ਘਰਵਾਲੀ ਜ਼ਰਾ ਕਰੜੇ ਸੁਭਾਅ ਦੀ ਲਿਖੀ ਹੈ, ਪਰ ਉਂਝ ਪਤੀ ਦੇ ਨਾਲ ਸਤਸੰਗ ਵਿੱਚ ਜਾਂਦੀ ਤੇ ਸੇਵਾ ਕਰਦੀ ਤੇ ਉੱਚ ਜੀਵਨ ਦਾ ਸਾਧਨ ਵੀ ਕਰਦੀ ਸੀ। ਅਕਾਲ ਪੁਰਖ ਦਾ ਭਾਣਾ ਹੁਣ ਦੂਸਰੇ ਸਤਿਗੁਰਾਂ ਨੂੰ ਵੀ ਆਪਣੀ ਜੋਤੀ ਸਰੂਪਤਾ ਵਿੱਚ ਲੈ ਗਿਆ। ਸਿੰਘੇ ਦਾ ਸਿਦਕ ਤੀਸਰੇ ਸਾਹਿਬਾਂ ਵਿੱਚ ਅਡੋਲ ਟੁਰਿਆ ਰਿਹਾ। ਸਿੰਘੇ ਦਾ ਭਜਨ, ਉਸਦੀ ਭਾਵ ਭਗਤੀ ਤੀਸਰੇ ਸਾਹਿਬਾਂ ਵਿੱਚ ਗੁਰੂ ਨਾਨਕ ਨੂੰ ਵੇਖਦੀ ਰਹੀ ਤੇ ਆਪਣੇ ਪਿਆਰ ਦੇ ਆਰੇ ਲੱਗੀ ਰਹੀ। ਹੁਣ ਸਿੰਘੇ ਦੇ ਅੰਦਰ ਜੋ ਨਾਮ ਦੀ ਸੱਤਿਆ ਤੇ ਉੱਚ ਪਦ ਪ੍ਰਾਪਤ ਸੀ, ਉਸ ਦੇ ਸੁੱਤੇ ਪ੍ਰੀਖਿਆ ਦਾ ਫੇਰ ਸਮਾਂ ਆ ਗਿਆ। ਗੋਇੰਦਵਾਲ ਵਿੱਚ ਤੀਸਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਉਹ ਛਾਂਦਾ ਵਰਤਿਆ ਕਿ ਇੱਕ ਜਗਤ ਤਰ ਗਿਆ। 22 ਮੰਜੀਆਂ ਦਾ ਨਾਮ ਪ੍ਰਚਾਰਨ ਵਾਲੇ ਗੁਰਮੁਖਾਂ ਨੂੰ ਦੇ ਕੇ ਦੇਸ਼ ਪ੍ਰਦੇਸ਼ ਤੋਰ ਦਿੱਤਾ ਸੀ। ਇਹਨਾਂ ਤੋਂ ਛੁੱਟ ਕਈ ਹੋਰ ਮਾਈਆਂ ਤੇ ਮਨੁੱਖ ਪ੍ਰਬੁੱਧ ਕਰਕੇ ਆਪ ਜਪਣ ਤੋਂ ਹੋਰਨਾਂ ਨੂੰ ਜਪਾਉਣ ਦੇ ਕੰਮ ਤੇ ਲਾਏ ਸਨ। ਇਹਨਾਂ ਹੀ ਦਿਨਾਂ ਵਿੱਚ ਭਾਈ ਪ੍ਰੇਮੇ ਨੂੰ ਗੁਰਾਂ ਨੇ ਤਾਰਿਆ ਸੀ। ਇਹ ਸੱਜਣ ਵੱਡੇ ਰੋਗ ਦਾ ਰੋਗੀ ਸੀ ਤੇ ਅਤ ਦੁਖੀ ਸੀ, ਪਰ ਗੁਰੂ ਕੇ ਪ੍ਰੇਮ ਵਿੱਚ ਮਗਨ ਸੀ। ਇਹ ਸੱਜਣ ਪ੍ਰੇਮ ਦੀ ਬੇੜੀ ਤੇ ਚੜ੍ਹ ਕੇ ਨਾਮ ਦੀ ਘਾਲ ਨਾਲ ਪਾਰਗ੍ਰਾਮੀ ਹੋਇਆ ਤੇ ਸਰੀਰ ਦੇ ਰੋਗ ਤੋਂ ਵੀ ਰਾਜ਼ੀ ਹੋ ਗਿਆ। ਅੱਜ ਉਹ ਦਿਨ ਹੈ ਕਿ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪ੍ਰੇਮਾ ਆਇਆ ਬੈਠਾ ਹੈ। ਸਤਿਗੁਰੂ ਨੇ ਆਪ ਸੱਦਿਆ ਹੈ। ਇਸ ਮਹਿਰਾ ਨਾਲ, ਨਾਮ ਦੀ ਘਾਲ ਨਾਲ ਤੇ ਸੂਰੇ ਸਤਿਗੁਰੂ ਦੀ ਕਰਨਾ ਦ੍ਰਿਸ਼ਟੀ ਨਾਲ ਗੁਰਮੁਖ ਅਰੋਗ ਹੋਏ ਨੂੰ ਸਤਿਗੁਰੂ ਨੇ ਹੁਣ ਮੰਜੀ ਬਖਸ਼ੀ ਹੈ। ਫਰਮਾਇਆ ਹੈ, ਤੂੰ ਮੁਕਤ ਹੋਇਆ, ਤੂੰ ਹੁਣ ਜਗਤ ਨੂੰ ਮੁਕਤੀ ਦਾਨ ਦੇ। ਇੱਧਰ ਸਤਿਗੁਰੂ ਜੀ ਨੇ ਸੰਗਤ ਵਿੱਚ ਆਵਾਜ਼ਾ ਦਿੱਤਾ, ਅਸਾਂ ਇਸ ਨੂੰ ਅਰੋਗ ਕਰਕੇ ਨਾਮ ਦੀ ਦਾਤ ਦੇ ਕੇ ਬੋਥਾ ਬਣਾ ਦਿੱਤਾ ਹੈ। ਇਸ ਦਾ ਨਾਮ ਮੁਰਾਰੀ ਕਰ ਦਿੱਤਾ ਹੈ। ਇਹ ਹੁਣ ਮੁਰਾਰੀ ਵਾਂਗੂ ਸੁੰਦਰ ਹੋ ਗਿਆ ਹੈ। ਇਹ ਜਗਤ ਨੂੰ ਤਾਰੇਗਾ, ਪਰ ਅਸਾਂ ਇਸ ਨੂੰ ਪੂਰਾ ਕਰਕੇ ਜਗਤ ਵਿੱਚ ਤੋਰਨਾ ਹੈ। ਕੋਈ ਸਿੱਖ ਗੁਰੂ ਕਾ ਪਿਆਰਾ ਇਸ ਨੂੰ ਕੰਨਿਆ ਦਾਨ ਦੇਵੇ, ਜੋ ਮੈਂ ਇਸ ਦਾ ਵਿਆਹ ਕਰਕੇ ਜੋੜੀ ਨੂੰ ਜਗਤ ਦੀ ਪੀੜਾ ਹਰਨ ਵਾਸਤੇ ਟੋਰਾਂ। ਇਸ ਵੇਲੇ ਸਿੰਘਾਂ ਉੱਪਰ ਬੈਠਾ ਸੀ। ਮਹਾਰਾਜ ਦੇ ਵਾਕ ਸੁਣੇ। ਦਿਲ ਜੋ ਆਤਮ ਅਵਸਥਾ ਵਿੱਚ ਉੱਚਾ ਹੋ ਚੁੱਕਾ ਸੀ, ਹੁਣ ਜਗਤ ਪੀੜਾ ਨੂੰ ਵੀ ਅਨੁਭਵ ਕਰਦਾ ਹੁੰਦਾ ਸੀ ਕਿ ਇਸ ਨੂੰ ਦੂਰ ਕਰਨਾ ਵੀ ਨਾਮੀ ਪੁਰਖਾਂ ਦਾ ਧਰਮ ਹੈ। ਸਿੰਘੇ ਨੂੰ ਦੂਜੀ ਵਿਚਾਰ ਇਹ ਫੁਰੀ ਕਿ ਇਸ ਸੁੱਖ ਨੂੰ ਵੱਡੇ ਰੋਗ ਤੋਂ ਰਾਜ਼ੀ ਕਰਕੇ ਗੁਰੂ ਜੀ ਨੇ ਨਿਰੋਇਆ ਕਰ ਦਿੱਤਾ ਹੈ। ਇਸ ਜੈਸਾ ਵਡਭਾਗਾ ਕੌਣ ਹੈ? ਇਸ ਨੂੰ ਦਾਤੇ ਨੇ ਜਗਤ ਤਾਰਕ ਬਣਾਇਆ ਹੈ। ਇਸ ਨੂੰ ਜੋ ਕੰਨਿਆ ਦੇਵੇ, ਉਹ ਆਪਣੀ ਕੰਨਿਆ ਦਾ ਜੀਵਨ ਸਫਲ ਕਰਦਾ ਹੈ, ਜੋ ਇੱਕ ਮਹਾਨ ਨਾਮੀ ਦੇ ਸੰਗ ਲੱਗ ਕੇ ਤਰੇਗੀ ਤੇ ਜਗਤ ਨੂੰ ਤਾਰੇਗੀ। ਸਿੰਘਾਂ ਹੁਣ ਹੱਥ ਜੋੜ ਕੇ ਉੱਠ ਖੜੋਤਾ, ਪਾਤਸ਼ਾਹ ਆਪ ਦੀ ਬਖਸ਼ੀ ਕੰਨਿਆ ਵਰ ਪ੍ਰਾਪਤੀ ਦੀ ਵਰੇਸ ਦੀ ਦਾਸ ਦੇ ਗ੍ਰਹਿ ਵਿਖੇ ਹੈ, ਮੈਂ ਹਾਜ਼ਰ ਕਰਦਾ ਹਾਂ। ਸਿੰਘਾਂ ਇਹ ਕਹਿ ਕੇ ਘਰ ਗਿਆ। ਵੋਟੀ ਦੇ ਸੁਭਾਅ ਤੋਂ ਜਾਣੂ ਸੀ, ਸੋ ਉਸਨੂੰ ਲੰਗਰ ਦੀ ਟਹਿਲ ਵਿੱਚ ਘੱਲ ਕੇ ਬੀਬੀ ਨੂੰ ਨਾਲ ਲੈ ਕੇ ਦੀਵਾਨ ਵਿੱਚ ਆ ਹਾਜ਼ਰ ਹੋਇਆ। ਸ਼੍ਰੀ ਗੁਰੂ ਜੀ ਨੇ ਜੋ ਆਨੰਦ ਦੀ ਵਿਵਾਹ ਰੀਤੀ ਆਰੰਭੀ ਹੋਈ ਸੀ, ਉਸ ਅਨੁਸਾਰ ਬੀਬੀ ਦਾ ਵਿਆਹ ਕਾਰਜ ਭਾਈ ਮੁਰਾਰੀ ਨਾਲ ਕਰ ਦਿੱਤਾ ਤੇ ਦੋਹਾਂ ਨੂੰ ਵਰ ਦੇ ਕੇ ਮੰਜੀ ਬਖਸ਼ ਦਿੱਤੀ। ਕਿਸੇ ਨੇ ਲੰਗਰ ਵਿੱਚ ਜਾਂ ਸਿੰਘੇ ਦੀ ਵੋਟੀ ਨੂੰ ਡਰਾਇਆ ਕਿ ਤੂੰ ਕੀ ਕਰ ਰਹੀ ਹੈ? ਗੁਰੂ ਜੀ ਨੇ ਤਾਂ ਤੇਰੀ ਧੀ ਵੱਡੇ ਰੋਗ ਵਾਲੇ ਪ੍ਰੇਮੇ ਨੂੰ ਵਿਆਹ ਦਿੱਤੀ ਹੈ।
ਸੀਹੇ ਦੀ ਵਹੁਟੀ ਨੂੰ ਪ੍ਰੇਮੇ ਦਾ ਪਤਾ ਸੀ, ਜੋ ਗੁਰਦੁਆਰੇ ਪਿਆ ਰਹਿੰਦਾ ਤੇ ਗੁਰੂ ਸਤੁਤੀ ਗਾਉਂਦਾ ਰਹਿੰਦਾ ਸੀ। ਘਬਰਾਈ, ਡਰੀ, ਗੁੱਸੇ ਵਿੱਚ ਆਈ ਤੇ ਭੱਜੀ ਗਈ ਸ੍ਰੀ ਸਤਿਗੁਰੂ ਦੇ ਦਰਬਾਰ ਤੇ ਜਾ ਕੇ ਰੋ ਕੇ ਬੋਲੀ, ਇਹ ਕਿਆ ਕੀਨਸ, ਹੇ ਪ੍ਰਭੂ ਧੀ, ਕੁਸ਼ਟੀ ਮਾਤ ਪਿਤਾ ਕੁਲਹੀਨ, ਸੁਤਾ ਨਿਨਾਵੇ ਕੋ ਮੁਰਦੀਨ। ਸ੍ਰੀ ਗੁਰੂ ਜੀ ਤਾਕੇ ਹੱਸੇ ਤੇ ਕਹਿਣ ਲੱਗੇ, ਬੀਬੀ ਦੇਖ ਤਾਂ ਸਹੀ, ਜਾਂ ਬੀਬੀ ਨੇ ਨਜ਼ਰ ਪਾਈ ਤਾਂ ਪ੍ਰੇਮਾ ਤਾਂ ਅਰੋਗ ਤੇ ਤੰਦਰੁਸਤ ਬੈਠਾ ਹੈ ਇਹ ਕਿਵੇਂ ਰਾਜ਼ੀ ਹੋ ਗਿਆ। ਫਿਰ ਭੈ ਛਾਇਆ ਕਿ ਗੁਰੂ ਕਿਤਨਾ ਸ਼ਕਤੀਮਾਨ ਹੈ, ਕੁਸ਼ਟੀ ਨੂੰ ਰਾਜ਼ੀ ਕਰ ਦਿੰਦਾ ਹੈ। ਅਜੇ ਉਹ ਇਸ ਅਚਰਜ ਦੇ ਭਾਵ ਵਿੱਚ ਹੀ ਸੀ ਕਿ ਮਿਹਰਾਂ ਦੇ ਦਾਤੇ ਨੇ ਵਰ ਦੇਣੇ ਆਰੰਭ ਦਿੱਤੇ। ਹੇ ਬੀਬੀ, ਜਾਨੋ ਮਮਸੁਤ ਇਹ ਜੋ ਮੁਰਾਰੀ, ਬਿਆਹਿਓ ਤਨੁਜਾ ਸੰਗ ਤੁਮਾਰੀ, ਤਬ ਤਨੁਜਾ ਕੋ ਨਾਮ ਮਥੋ ਹੈ, ਨਾਮ ਮੁਰਾਰੀ ਯਾਈ ਕਥੋ ਹੈ। मथो मुरारी सिमरे नाम, पूरन होए नरन के काम, मथो नाम आगे कह आछे, नाम मुरारी पाके पाछे, नर पूजेंगे मथो मुरारी, चित चिंता देह शोक बिदारी, ये दोनों हुए हैं बड़भागे, मेरी प्रेम भगत मह पागे। ਇਹ ਸੁਣ ਕੇ ਬੀਬੀ ਨੂੰ ਵੀ ਠੰਡ ਪੈ ਗਈ। ਅੱਖੀ ਦੇਖ ਲਿਆ ਕਿ ਪ੍ਰੇਮਾ ਅਰੋਗ ਹੋ ਕੇ ਨਵਾਂ ਨਿਰੋਇਆ ਮੁਰਾਰੀ ਹੋ ਗਿਆ ਹੈ। ਕੰਨੀ ਸੁਣ ਲਿਆ ਕਿ ਸਤਿਗੁਰੂ ਨੇ ਮਿਹਰਾਂ ਨਾਲ ਨਾਮ ਦਾਨ ਦੇ ਕੇ ਉੱਚਾ ਕਰ ਦਿੱਤਾ ਹੈ। ਠੰਡ ਪੈ ਗਈ ਤੇ ਖੁਸ਼ੀ ਪਤੀ ਨਾਲ ਘਰ ਗਈ ਤੇ ਧੀ ਜਵਾਈ ਨੂੰ ਸਤਿਕਾਰਿਆ। ਸੀਹੋਂ ਦੀ ਸਿੱਖੀ ਨਿਭ ਗਈ, ਗੁਰਪੂਰੇ ਨਾਲ 3 ਪੁਸ਼ਤਾਂ ਤੱਕ ਰਹਿ ਬਣਾਈ। ਅੰਤਰਾਤਮੇ ਨਾਮ ਰੰਗ ਰੱਤਾ ਪਰਮਪਦ ਨੂੰ ਪਹੁੰਚਿਆ। ਬਾਹਰ ਜਗਤ ਵਰਤੋਂ ਵਿੱਚ ਉਸ ਦਾ ਉਪਕਾਰ ਨਿਭ ਗਿਆ। ਦੁਖੀ ਜਗਤ ਵਿਖੇ ਨਾਮ ਦੀ ਠੰਡ ਵਰਤਾਉਣ ਵੇਲੇ ਮਹਾਨ ਉਪਕਾਰ ਦੇ ਕਾਰਜ ਵਿੱਚ ਕੰਨਿਆ ਦਾ ਜੀਵਨ ਸਫਲ ਹੋਇਆ। ਇਸ ਤੋਂ ਅੱਗੇ ਅਨੁਮਾਨ ਹੁੰਦਾ ਹੈ ਕਿ ਸੀਹੇ ਉੱਪਲ ਨੇ ਚੌਥੇ ਸਤਿਗੁਰਾਂ ਦੇ ਸਮੇਂ ਤੱਕ ਜਗਤ ਯਾਤਰਾ ਕੀਤੀ ਹੈ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਹਿਬਾਂ ਦੇ ਹੁਕਮ ਵਿੱਚ ਚੱਕ ਰਾਮਦਾਸ ਵਸਾਇਆ ਹੈ ਤੇ ਆਪਣੇ ਰਹਿਣ ਦਾ ਟਿਕਾਣਾ ਬਣਾ ਕੇ ਬਾਜ਼ਾਰ ਸਾਜਿਆ ਹੈ। ਗੁਰੂ ਕਾ ਬਾਜ਼ਾਰ ਤੇ ਪਾਸੀਆਂ ਦੇ ਚੌਂਕ ਤੋਂ ਅੱਗੇ ਇਹ ਬਾਜ਼ਾਰ ਹੋਣ ਵਾਲੇ ਸਬੂਣੀਆਂ ਵਾਲੇ ਬਾਜ਼ਾਰ ਤੱਕ ਗਿਆ ਹੈ। ਸੀਹੇ ਜੀ ਵੀ ਗੁਰੂ ਕੀ ਆਗਿਆ ਵਿੱਚ ਇੱਥੇ ਆ ਵਸੇ ਸੀ। ਗੁਰੂ ਦੇ ਇਸ ਬਾਜ਼ਾਰ ਵਿੱਚ ਉਹਨਾਂ ਗਲੀ ਵਿਉਂਤ ਕੇ ਘਰ ਬਣਾਇਆ। ਗੱਜਣ ਭਰਾ ਤੇ ਹੋਰ ਉੱਪਲ ਸੱਜਣ ਨਾਲ ਇੱਥੇ ਆ ਵਸੇ। ਸੀਹੇ ਉੱਪਲ ਦੇ ਵਸਣ ਤੋਂ ਗਲੀ ਦਾ ਨਾਮ ਉੱਪਲਾਂ ਵਾਲੀ ਗਲੀ ਪਿਆ, ਜੋ ਹੁਣ ਤੱਕ ਵਿਦਿਤ ਹੈ। ਇਸ ਦੇ ਨੇੜੇ ਉਸ ਸਮੇਂ ਦੁਗਲ ਸਿੱਖਾਂ ਦੇ ਘਰ ਵਸਣ ਤੋਂ ਦੁਗਲਾਂ ਵਾਲੀ ਤੇ ਨਈਅੜ ਖੱਤਰੀਆਂ ਗੁਰਸਿੱਖਾਂ ਦੇ ਵਸੇਬੇ ਤੋਂ ਨਈਅੜਾਂ ਦੀ ਗਲੀ ਵਸੀ। ਇਹਨਾਂ ਨਈਅੜ ਖੱਤਰੀਆਂ ਦੇ ਪਰਿਵਾਰ ਵਿੱਚੋਂ ਹੀ ਸ੍ਰੀ ਪਰਮ ਪਾਵਨ ਮਾਤਾ ਗੁਜਰੀ ਜੀ ਸਨ। ਸੋ ਅਸਾਂ ਤੁਸਾਂ ਅੱਜ ਦਰਸ਼ਨ ਕੀਤੇ ਹਨ ਪਿਆਰ ਦੇ ਨੈਣਾ ਨਾਲ, ਸ਼ਰਧਾ ਦੇ ਨੈਣਾ ਨਾਲ, ਕਥਾ ਦੇ ਚਾਨਣ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਦੂਸਰੇ ਤੀਸਰੇ ਚੌਥੇ ਸਾਹਿਬਾਂ ਦੇ। ਉਹਨਾਂ ਦੇ ਤਾਰੇ ਸਿੱਖ ਸੀਹੇ ਉੱਪਲ ਦੇ ਤੇ ਇਸ ਸਿੱਖ ਦੇ 4 ਪਾਤਸ਼ਾਹੀਆਂ ਤੱਕ ਸਿੱਖੀ ਸਿੱਧਕ ਦੇ ਨਿਭਾ ਤੇ ਨਾਮ ਦੀ ਕਰਨੀ ਨਾਲ ਉੱਚ ਜੀਵਨ ਪ੍ਰਾਪਤ ਕਰਕੇ ਪਰਮ ਪਦ ਨੂੰ ਅਪਣਨ ਦੇ। ਹਾਂ ਸੀਹਾ ਉੱਪਲ ਜੀਓ, ਜੀਕੂ ਤਰੇ ਸਾਉ ਭੈਜਲ ਨੂੰ, ਜੀਕੂ ਜਿੱਤਿਆ ਸਾਜੇ ਅਸਾਧ ਮਨ ਨੂੰ, ਜੀਕੂ ਮਨ ਨੂੰ ਮਾਰ ਕੇ ਕੁਚਲ ਕੇ ਵਿਰਾਨ ਨਹੀਂ ਸਾਜੇ ਕੀਤਾ, ਪਰ ਮਨ ਨੂੰ ਜੋਤੀ ਸਰੂਪ ਕਰਕੇ ਲੱਖ ਲਿਆ ਸਾਜੇ ਤੇ ਇਸ ਨੂੰ ਪਰਮ ਤੱਤ ਨਾਲ ਮਿਲਾ ਕੇ ਸੁੱਖ ਪਾਇਆ ਸਾਚੀ। ਤਿਵੇਂ ਮੇਹਰ ਦੀ ਕਣੀ ਪਾਓ ਆਪਣੀ ਤੇ ਪੁਆਓ, ਆਪਣੀ ਗੁਰਜੋਤੀ ਤੋਂ ਅਸਾਂ ਤੇ ਸਾਰੇ ਸਿੱਖਾਂ ਤੇ ਨਾਮ ਦੇ ਤਰਲਾ ਲੈਣ ਵਾਲੇ ਜਗਿਆਸੂਆਂ ਤੇ, ਕਿ ਉਹ ਵੀ ਇਸ ਨਾਮ ਦੀ ਟੇਕ ਲੈ ਕੇ ਤਰ ਜਾਣ ਤੇ ਉੱਚੇ ਜੀਵਨ ਨੂੰ ਪ੍ਰਾਪਤ ਹੋਣ। ਧੰਨ ਗੁਰੂ ਨਾਨਕ। ਪਰ ਸੀਹੇ ਦੇ ਪੁੱਤਰ ਦੇ ਉਤਸਵ ਦਾ ਪ੍ਰਸੰਗ ਸੂਰਜ ਪ੍ਰਕਾਸ਼ ਵਿੱਚ ਠੀਕ ਨਹੀਂ। ਉੱਥੇ ਲਿਖਿਆ ਹੈ ਇਉਂ ਜਿਵੇਂ ਸੀਹਾ ਓਪਰਾ ਆਦਮੀ ਸੀ ਤੇ ਦੂਸਰੇ ਗੁਰਾਂ ਨੇ ਉਸ ਨੂੰ ਰਸਤੇ ਪਾਇਆ ਹੈ ਤੇ ਸਿੱਖ ਬਣਾਇਆ ਹੈ। ਪਰ ਭਾਈ ਗੁਰਦਾਸ ਜੀ ਸੀਹੇ ਉੱਪਲ ਦਾ ਸਿੱਖ ਹੋਣਾ ਪਹਿਲੀ ਪਾਤਸ਼ਾਹੀ ਦੇ ਹੱਥੋਂ ਲਿਖਦੇ ਹਨ ਤੇ ਭਾਈ ਮਨੀ ਸਿੰਘ ਜੀ ਵੀ ਆਦਿ ਪਾਤਸ਼ਾਹੀ ਦੇ ਹੱਥੋਂ ਸਿੱਖੀ ਪ੍ਰਾਪਤ ਹੋਣ ਦਾ ਪ੍ਰਸੰਦ ਦਿੰਦੇ ਹਨ ਤੇ ਕਵੀ ਸੰਤੋਖ ਸਿੰਘ ਜੀ ਆਪ ਵੀ ਇਹੋ ਗੱਲ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖ ਆਏ ਹਨ। ਇੱਥੇ ਮਹਿਮਾ ਪ੍ਰਕਾਸ਼ ਤੋਂ ਆਪ ਨੂੰ ਟਪਲਾ ਲੱਗਾ ਹੈ। ਮਹਿਮਾ ਪ੍ਰਕਾਸ਼ ਵਾਲੇ ਲੇਖਕ ਜੀ ਨੇ ਦੂਸਰਾ ਪ੍ਰਸੰਗ ਗਾਲਬਨ ਗੋਂਦ ਵਾਲੋਂ ਸੁਣਿਆ ਤੇ ਪਹਿਲੀ ਵਾਰਤਾ ਪੜਤਾਲ ਕੀਤੇ ਬਿਨਾਂ ਲਿਖ ਦਿੱਤੀ ਹੈ। ਜ਼ੁਬਾਨੀ ਚਲੀ ਵਾਰਤਾ ਅਕਸਰ ਬਦਲ ਜਾਂਦੀ ਹੈ ਤੇ ਹੋਰਵੇ ਹੋ ਜਾਂਦੀ ਹੈ। ਦੂਸਰੇ ਸਤਿਗੁਰਾਂ ਦੇ ਵੇਲੇ ਦਾ ਪ੍ਰਸੰਗ ਇੰਨਾ ਹੀ ਠੀਕ ਸਿੱਖ ਹੁੰਦਾ ਹੈ
ਕਿ ਉਸਨੇ ਬੱਚੇ ਦਾ ਜਨਮ ਸੰਸਕਾਰ ਗੁਰੂ ਕੇ ਦੁਆਰੇ ਜਾ ਕੇ ਸਿੱਖੀ ਮੰਡਲ ਵਿੱਚ ਪ੍ਰਵੇਸ਼ ਤਾਂ ਕੀਤਾ ਹੈ ਤੇ ਗੁਰੂ ਜੀ ਦੀ ਆਗਿਆ ਨਾਲ ਕੀਤਾ ਹੈ ਤੇ ਲੌਕਿਕ ਰੀਤ ਨਹੀਂ ਕੀਤੀ। ਭਾਈ ਮਾਲੋ ਤੇ ਭਾਈ ਮੰਗਾ। ਆਵੋ ਭੈਣੇ ਗਲ ਮਿਲੋ ਅੰਕ ਸਹੇਲੜੀਆ, ਆ ਵੀਣਾ ਸੁਰ ਛੇੜ ਸੁਹਾਵੀ ਦਿਲ ਨੂੰ ਜੋ ਧੋ ਦੇਵੇ, ਪ੍ਰੇਮ ਈਂਡ ਦੀਆਂ ਖਿੱਚਾਂ ਮਾਰੇ ਚਰਨਾਟਾ ਚਰਨੇਵੇ, ਫਰਸ਼ਾਂ ਤੇ ਰੁਲ ਰਹੀਆਂ ਸੂਰਤਾਂ 'ਚ ਆਪਣੇ ਲੜ ਲਾਵੇ, ਲੈ ਉੱਡੇ ਅਰਸ਼ਾਂ ਨੂੰ ਨਾਲੇ ਚਰਨ ਸ਼ਰਨ ਵਿੱਚ ਮੇਵੇ। ਭਾਈ ਗੁਰਦਾਸ ਜੀ ਲਿਖਦੇ ਹਨ, ਮਾਲੋ ਮੰਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ। ਇਹਨਾਂ ਦੇ ਕੀਰਤਨ ਕਥਨ ਦਾ ਅਸਰ ਭਾਈ ਮਨੀ ਸਿੰਘ ਜੀ ਇਉਂ ਲਿਖਦੇ ਹਨ, ਭਾਈ ਮਾਲੋ ਪੋਥੀ ਗੁਰੂ ਕੀ ਬਾਣੀ ਦੀ ਕਥਾ ਕਰੇ ਤੇ ਭਾਈ ਮੰਗਾ ਸਨਮੁਖ ਬੈਠ ਕੇ ਸਭ ਇੰਦਰੀਆਂ ਤੇ ਮਨ ਨੂੰ ਸੰਕੋਚ ਕੇ ਸੁਣੇ ਤੇ ਦੋਨੋਂ ਮਿਲ ਕੇ ਫਿਰ ਕੀਰਤਨ ਕਰਨ ਤਾਂ ਉਹਨਾਂ ਦੀ ਰਸਨਾ ਥੀ ਐਸਾ ਸਭ ਸਿੱਖਾਂ ਨੂੰ ਰਸ ਆਵੇ ਤਾਂ ਜੀ ਕੋਈ ਸੁਣੇ ਸਭ ਪਾਪਾਂ ਦਾ ਤਿਆਗ ਕਰਨ ਤੇ ਧਰਮ ਦੀ ਕਿਰਤ ਕਰਕੇ ਵੰਡ ਖਾਵਨ ਤੇ ਆਏ ਗਏ ਸਾਧਾ ਸੰਤਾਂ ਦੀ ਟਹਿਲ ਕਰਨ। ਸਾਰੇ ਦੇਸ਼ ਦਾ ਕਲਿਆਣ ਹੋਇਆ। ਇਹ ਸੀ ਫਲ ਜੋ ਮਾਲੋ ਮੰਗੋ ਦੀ ਕਥਾ ਤੇ ਕੀਰਤਨ ਨੂੰ ਪੈਂਦਾ ਸੀ। ਸੋ ਕਥਾ ਕੀਰਤਨ ਵਾਲੇ ਐਸੇ ਚਾਹੀਏ। ਇਹ ਦੋਵੇਂ ਸੱਜਣ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਆਏ ਸਨ। ਆ ਕੇ ਹਾਥ ਬੰਦ ਅਰਦਾਸ ਬਖਾਨੀ, ਕਰੋ ਕਿਰਪਾ ਸ੍ਰੀ ਗੁਰੂ ਗੁਣ ਗੁਣ ਖਾਨੀ, ਨਿਜ ਮੁਖ ਸੋ ਉਪਦੇਸ਼ ਕਰੀਚੇ, ਜੇ ਤੇ ਜਨਮ ਮਰਨ ਕੱਟ ਦੀਚੇ। ਇਹ ਬੇਨਤੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਭਾਈ ਤਪ ਕਰੋ, ਤਪ ਬਿਨਾ ਮੈਲ ਨਹੀਂ ਲੈਂਦੀ। ਉਹਨਾਂ ਅਦਮ ਨਾਲ ਪੁੱਛਿਆ ਕਿ ਇਹ ਜਗਤ ਦੇ ਨਿਸਤਾਰਾ ਕਰਨ ਵਾਲੇ ਦਾਤੇ, ਤਪ ਦੀ ਜਾਂਚ ਦੱਸੋ ਕਿ ਕਿੱਕੁਨ ਕਰੀਦਾ ਹੈ। ਸ੍ਰੀ ਗੁਰੂ ਜੀ ਬੋਲੇ, ਭਾਈ ਤਪ ਕਈ ਪ੍ਰਕਾਰ ਦਾ ਹੈ, ਤੁਸੀਂ ਸੁਣ ਲਓ ਤੇ ਫਿਰ ਚੁਣੋ। ਉਹ ਬੋਲੇ, ਕਿਰਪਾ ਕਰੋ। ਤਾਂ ਬਾਬਾ ਜੀ ਬੋਲੇ, ਜਲ ਹੇਵਨਾ, ਅਗਨ ਤਪਣੀ, ਬ੍ਰਤ ਰੱਖਣੇ, ਠੰਡ ਗਰਮੀ ਸਹਾਰਨੀ, ਪੁੱਠੇ ਲਟਕਣਾ, ਖੜੇ ਰਹਿਣਾ, ਖਾਣ ਪਾਨ ਕੰਧ ਮੂਲ ਦਾ ਕਰਨਾ, ਬਨਾਂ ਵਿੱਚ ਰਹਿਣਾ ਤੇ ਤੀਰਥਾਂ ਤੇ ਭ੍ਰਮਣ, ਇਹ ਹਨ ਕਠਨ ਤਪ। ਇਹਨਾਂ ਨਾਲ ਮਨ ਨੂੰ ਤੇ ਦੇਹ ਨੂੰ ਮਾਰੀਦਾ ਹੈ। ਦੂਸਰਾ ਹੋਰ ਤਪ ਹੈ ਇੰਦਰੀਆਂ ਨੂੰ ਇਕਾਗਰਤਾ ਦੇ ਸਾਧਨਾ ਨਾਲ ਸਥਿਰ ਕਰ ਦੇਣਾ। ਇਸ ਲਈ ਯੋਗ ਦੇ ਕਰਮ ਨੇਤੀ, ਧੋਤੀ, ਨੌਲੀ, ਫਿਰ ਪ੍ਰਾਣਾਯਾਮ ਆਦਿ ਕਰੀਦੇ ਹਨ। ਇਹਨਾਂ ਲਈ ਸੰਸਾਰ ਤੋਂ ਕੁਝ ਵੱਖਰੇ ਰਹਿਣ ਦੀ ਵੀ ਲੋੜ ਹੈ। ਤੀਸਰੇ ਹੈ ਕਥਾ ਕੀਰਤਨ ਵਿੱਚ ਰਹਿਣਾ, ਬਾਣੀ ਪੜ੍ਹਨੀ, ਵਿਚਾਰਨੀ, ਬਾਣੀ ਦਾ ਕੀਰਤਨ ਕਰਨਾ, ਸੁਣਨਾ, ਬਾਣੀ ਵਿੱਚ ਆਏ ਹੁਕਮਾਂ ਤੇ ਟੁਰਨਾ। ਸੋ ਪਹਿਲਾ ਤਪ ਬਹੁਤ ਕਠਿਨ ਹੈ, ਦੂਸਰਾ ਕਠਿਨ ਹੈ, ਤੀਸਰਾ ਸੁਗਮ ਹੈ। ਸੋ ਪਹਿਲਾ ਤਪ ਜੋ ਬਹੁਤ ਕਠਿਨ ਹੈ ਉਸ ਦਾ ਫਲ ਥੋੜਾ ਹੈ, ਦੂਜਾ ਜੋ ਕਠਿਨ ਹੈ ਉਸ ਦਾ ਫਲ ਉਸ ਤੋਂ ਵਧੇਰਾ ਹੈ, ਤੀਸਰਾ ਜੋ ਤਪ ਸੁਗਮ ਹੈ ਉਸ ਦਾ ਫਲ ਸਭ ਤੋਂ ਹੀ ਵਧੇਰਾ ਹੈ। ਤਾਂ ਮਾਲੋ ਨੇ ਅਦਮ ਨਾਲ ਆਖਿਆ, ਸ੍ਰੀ ਮਹਾਰਾਜ ਜੀਓ, ਲੋਕੀ ਤਾਂ ਆਖਦੇ ਹਨ ਕਿ ਜੇ ਹੀ ਮਿਹਨਤ ਤੇਹਾ ਫਲ, ਜੇ ਹੀ ਵੱਡੀ ਮਜ਼ਦੂਰੀ ਤੇ ਹੀ ਵੱਡੀ ਉਸਦੀ ਉਜਰਤ। ਤੁਸਾਂ ਬਚਨ ਕੀਤਾ ਹੈ ਕਿ ਵੱਡੀ ਮਿਹਨਤ ਦਾ ਮੁੱਲ ਥੋੜਾ ਤੇ ਥੋੜੀ ਮਿਹਨਤ ਦਾ ਮੁੱਲ ਬਹੁਤਾ। ਇਹ ਗੱਲ ਨਹੀਂ ਸਮਝੀ ਪਈ, ਕਿਰਪਾ ਕਰਕੇ ਸਮਝਾ ਦਿਓ। ਤਾਂ ਬਚਨ ਹੋਇਆ, ਭਾਈ ਦੇਖੋ, ਲੱਕੜਹਾਰੇ ਲੱਕੜਾਂ ਲਿਆਉਂਦੇ ਤੇ ਪਾਂਡੀ ਪੰਡਾ ਢੋਂਦੇ ਹਨ, ਮਿਹਨਤ ਬਹੁਤੀ ਕਰਦੇ ਹਨ, ਮਜ਼ਦੂਰੀ ਘੱਟ ਪਾਉਂਦੇ ਹਨ। ਜੋ ਲੂਣ ਤੇਲ ਦੀ ਹੱਟੀ ਪਾਉਂਦੇ ਹਨ ਉਹਨਾਂ ਦੀ ਮਿਹਨਤ ਉਹਨਾਂ ਤੋਂ ਘੱਟ ਹੈ ਪਰ ਖੱਟੀ ਵਧੇਰੇ ਮਿਲਦੀ ਹੈ। ਇਸੇ ਤਰ੍ਹਾਂ ਬਜਾਜ ਤੇ ਸ਼ਰਾਫ ਮਜ਼ਦੂਰੀ ਘੱਟ ਕਰਦੇ ਹਨ, ਨਫਾ ਵਧੇਰੇ ਪਾਉਂਦੇ ਹਨ ਤੇ ਜਵਾਰੀ ਤਾਂ ਅੱਤ ਘੱਟ ਮਿਹਨਤ ਕਰਦੇ ਹਨ ਪਰ ਨਫੇ ਦੀ ਪ੍ਰਾਪਤੀ ਬਹੁਤੀ ਹੁੰਦੀ ਹੈ। ਤਿਵੇਂ ਉੱਪਰਲੇ ਤਪ ਸਮਝ ਲਓ, ਇੱਕ ਤਪ ਦਾ ਅਸਰ ਦੇਹੀ ਤੇ ਹੁੰਦਾ ਹੈ ਪਰ ਇਸ ਦਾ ਅਸਰ ਮਨ ਤੇ ਬੁੱਧ ਉੱਤੇ ਹੁੰਦਾ ਹੈ। ਦੇਹ ਸਥਿਰ ਕਰਨੀ, ਇੰਦਰੇ ਸਥਿਰ ਕਰਨੇ ਬੜੇ ਕਠਿਨ ਕੰਮ ਹਨ, ਪਰ ਜੇ ਕੋਈ ਵਾਸ਼ਨਾ ਨੂੰ ਰੋਕੇ ਤੇ ਦੇਹ ਇੰਦਰੇ ਇਸ ਦੇ ਮਗਰ ਲਾ ਲਵੇ ਤਾਂ ਨਫਾ ਬਹੁਤਾ ਹੁੰਦਾ ਹੈ। ਸਭ ਤੋਂ ਉੱਤਮ ਮਨ ਦਾ ਵਸੀਕਾਰ ਹੈ, ਤਿਸ ਪਰ ਨਿਰੰਕਾਰ ਦੀ ਭਗਤੀ ਉਪਾਸਨਾ ਦ੍ਰਿੜ ਕਰਨੀ ਹੈ। ਇਸੇ ਕਰਕੇ ਤੁਸੀਂ ਬਾਣੀ ਪੜ੍ਹੋ, ਬਾਣੀ ਵਿਚਾਰੋ, ਬਾਣੀ ਦਾ ਕੀਰਤਨ ਕਰੋ ਅਤੇ ਜੋ ਬਾਣੀ ਆਖੇ ਕਮਾਓ। ਤੁਹਾਡੇ ਮਨ ਤੋਂ ਮੈਲ ਛੇਤੀ ਉਤਰੇਗੀ, ਤੁਸੀਂ ਭਲੇ ਹੋ ਜਾਓਗੇ ਤੇ ਭਲਾਈ ਕਰੋਗੇ। ਫਿਰ ਸਿਰ ਭਲਾਈਆਂ ਦੇ ਭਲਾਈ ਪ੍ਰੇਮਾ ਭਗਤੀ ਉਪਜੇਗੀ, ਉਹ ਮੇਲ ਲਏਗੀ ਸੁਗਮ ਹੀ ਸੰਸਾਰ ਦੇ ਮਾਲਕ ਨਾਲ। ਇਸ ਤਰ੍ਹਾਂ ਸਤਿਗੁਰੂ ਦਾ ਉਪਦੇਸ਼ ਸੁਣ ਕੇ ਮਾਲੋ ਤੇ ਮੰਗੋ ਲੱਗ ਪਏ ਤੇ ਇੱਥੇ ਅਪੜੇ ਕਿ ਉਹਨਾਂ ਦਾ ਆਪਣਾ ਵੀ ਉਧਾਰ ਹੋਇਆ ਤੇ ਉਹਨਾਂ ਨੇ ਦੂਸਰਾਂ ਦਾ ਵੀ ਕਲਿਆਣ ਕੀਤਾ। ਇੱਕ ਤਾਂ ਗੁਰੂ ਨਾਨਕ ਦੀ ਮਿਹਰ ਇਹਨਾਂ ਤੇ ਹੋ ਗਈ, ਦੂਜੇ ਉਹਨਾਂ ਨੇ ਬਚਨ ਮੰਨ ਕੇ ਅਮਲ ਕੀਤਾ। ਅਮਲ ਕੀ ਸੀ? ਬਾਣੀ ਦਾ ਅਭਿਆਸ, ਨਿਤ ਪ੍ਰਤੀ ਬਾਣੀ ਪੜ੍ਹਨੀ ਤੇ ਵਿਚਾਰਨੀ। ਹੁਣ ਤੇ ਪਾਠਕ ਜੀ ਤੁਸੀਂ ਵੀ ਇਕਾਂਤ ਬੈਠ ਕੇ ਪਾਠ ਕਰਿਆ ਤੇ ਵਿਚਾਰਿਆ ਕਰੋ।
ਫਿਰ ਬਾਣੀ ਜੋ ਕਹਿੰਦੀ ਹੈ ਉਸ 'ਤੇ ਅਮਲ ਕਰਿਆ ਕਰੋ। ਬਾਣੀ ਕਹਿੰਦੀ ਹੈ ਦੇਹ ਨੂੰ ਮਾੜਿਆਂ ਕਰਮਾਂ ਤੋਂ ਬੰਨ੍ਹ ਕੇ ਰੱਖੋ। ਬਾਣੀ ਕਹਿੰਦੀ ਹੈ ਮਨ ਜੇ ਧਾਵੇ ਤਾਂ ਵਰਜੋ, ਪੁੰਨਾ ਧਾਵੇ ਤਾਂ ਪੁੰਨਾ ਵਰਜ ਕੇ ਰੱਖੋ। ਵਰਜਦਿਆਂ ਤੁਹਾਡੇ ਵਰਜਣ ਦੀ ਤਾਕਤ ਵੱਧ ਜਾਏਗੀ ਤੇ ਵਰਜੀਨ ਵਾਲਾ ਮਨ ਵੱਸ ਹੋ ਜਾਏਗਾ। ਮਨ ਜਦ ਵੱਸ ਹੋ ਟੁਰਿਆ, ਇੰਦਰੇ ਆਪੇ ਧਾਕੇ ਆਪਣੇ ਭੋਗਾਂ ਕੋਲ ਨਹੀਂ ਜਾਵਣਗੇ। ਜਦ ਇੰਦਰੇ ਵੱਸ ਹੋ ਗਏ, ਸਰੀਰ ਵੱਸ ਹੋ ਗਿਆ, ਫਿਰ ਇਸ ਸਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਹੈ। ਮਨੁੱਖ ਦਾ ਵੱਡਾ ਦੁੱਖ ਇਹ ਹੈ ਕਿ ਮਨੁੱਖ ਧਾਵਦਾ ਹੈ ਤੇ ਖਿੰਡਦਾ ਹੈ। ਹੁਣ ਜਦ ਬਾਣੀ ਦਾ ਦੂਸਰਾ ਹੁਕਮ ਮਨੋ ਨਾਮ ਜਪੋ ਤਾਂ ਇਹ ਦੁੱਖ ਵੀ ਦੂਰ ਹੁੰਦਾ ਹੈ। ਇਸ ਦੇ ਦੋ ਪੱਖ ਹਨ। ਇੱਕ ਤਾਂ ਬਾਣੀ ਦਾ ਪਾਠ ਆਪਣੇ ਕਲਿਆਣ ਲਈ ਕਰਨਾ। ਬਾਣੀ ਵਾਸ਼ਨਾ ਨੂੰ ਰੋਕਣ ਵੱਲ ਤੇ ਵਸ ਵਿੱਚ ਕਰਨ ਵੱਲ ਲਾਵੇਗੀ। ਬਾਣੀ ਸਿਫਤ ਤੇ ਸਲਾਹ ਨਾਲ ਤੁਹਾਡੇ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਕਰੇਗੀ, ਪਰਮੇਸ਼ਰ ਨਾਲ ਪ੍ਰੇਮ ਦੀ ਰੰਗਨ ਉਪਜਾਵੇਗੀ। ਦੂਸਰੇ, ਵਾਹਿਗੁਰੂ ਨਾਮ ਦਾ ਜਪਣਾ, ਪਰ ਇਹ ਮਨੋਰਥ ਧਾਰ ਕੇ ਜਪਣਾ ਕਿ ਇਹ ਨਾਮ ਸਾਈਂ ਮਾਲਕ ਦਾ ਲਖਾਇਕ ਹੈ। ਇਸ ਨਾਲ ਸਾਡੇ ਅੰਦਰ ਮਾਲਕ ਦੀ ਯਾਦ ਨੇ ਵਸਣਾ ਹੈ। ਜਦੋਂ ਯਾਦ ਪੱਕ ਜਾਏਗੀ ਤਦੋਂ ਸਾਈਂ ਤੇ ਸਾਡੇ ਵਿੱਚੋਂ ਪੁੱਲ ਦੀ ਵਿੱਥ ਕੱਟ ਜਾਏਗੀ। ਫਿਰ ਵਾਹਿਗੁਰੂ ਦੀ ਪਵਿੱਤਰਤਾ ਤੇ ਉਸ ਦੇ ਉੱਚੇ ਗੁਣ, ਪ੍ਰੇਮ ਆਦਿ ਸਾਡੇ ਵਿੱਚ ਪ੍ਰਵੇਸ਼ ਕਰਨਗੇ। ਇੱਥੋਂ ਤਾਈਂ ਕਿ ਸਾਡੇ ਵਿੱਚ ਸਾਈਂ ਪ੍ਰਤੀਬਿੰਬਿਤ ਹੋ ਜਾਵੇਗਾ। ਦੇਖੋ, ਜੋ ਕੁਝ ਕੋਈ ਚਿਤਵੇ ਉਹ ਕੁਝ ਹੋ ਜਾਂਦਾ ਹੈ। ਚੋਰ ਪਹਿਲਾਂ ਚੋਰੀ ਚਿਤਵਦਾ ਹੈ ਤਾਂ ਚੋਰੀ ਦਾ ਅਮਲ ਕਰਦਾ ਹੈ। ਅਮਲ ਕਰ ਕਰਕੇ ਚੋਰ ਰੂਪ ਹੋ ਜਾਂਦਾ ਹੈ। ਤਿਵੇਂ ਗੁਣ ਦੇ ਸਾਗਰ ਪ੍ਰੇਮ ਸਮੁੰਦਰ ਵਾਹਿਗੁਰੂ ਜੀ ਦਾ ਚਿੰਤਨ ਆਪਣਾ ਉੱਤਮ ਅਸਰ ਕਰਦਾ ਹੈ। ਪਹਿਲਾਂ ਬਾਣੀ ਨਾਲ ਪ੍ਰੇਮ ਪਾਇਆ ਤਾਂ ਬਾਣੀ ਨੇ ਮਨ ਵਿੱਚ ਪਿਆਰ ਪੈਦਾ ਕੀਤਾ। ਇਸ ਰਾਹ ਤੋਂ ਬਾਣੀ ਨੇ ਨਾਮ ਦਾ ਰਸਤਾ ਦਿੱਤਾ। ਨਾਮ ਯਾਦ ਬਣ ਗਿਆ। ਯਾਦ ਪ੍ਰੇਮ ਦਾ ਇੱਕ ਰੂਪ ਹੈ। ਪ੍ਰੇਮ ਹੀ ਮੇਲਣਹਾਰ ਹੈ। ਇੱਟਾਂ ਨੂੰ ਚੂਨ ਜੋੜਦਾ ਹੈ, ਲੱਕੜੀ ਨੂੰ ਸਰੇਸ਼ ਜੋੜਦੀ ਹੈ। ਰੂਹ ਨੂੰ ਰੂਹ ਨਾਲ ਜੋੜਨ ਵਾਲਾ ਮਸਾਲਾ ਪ੍ਰੇਮ ਹੈ। ਹਾਂ, ਪ੍ਰੇਮ ਹੈ ਉਹ ਜੋੜਨਹਾਰ ਸੱਤਿਆ ਜੋ ਜੀਵ ਰੂਪੀ ਰੂਹ ਨੂੰ ਪਰਮਾਤਮਾ ਰੂਪੀ ਮਹਾਨ ਰੂਹ ਨਾਲ ਜੋੜਦਾ ਹੈ। ਸਾਡੇ ਸਤਿਗੁਰਾਂ ਨੇ ਸਭ ਤੋਂ ਉੱਤਮ ਮਾਰਗ ਰੱਖਿਆ ਹੈ ਵਿਸਮਾਦ ਦਾ। ਜਪਜੀ ਵਿੱਚ ਸਤਿਗੁਰੂ ਨੇ ਸਾਰੇ ਤਰੀਕੇ ਸਚਿਆਰ ਹੋਣ ਦੇ ਖੰਡ ਕੇ ਆਪਣਾ ਤਰੀਕਾ ਦੱਸਿਆ ਸੀ। ਹੁਕਮ ਰਜਾਈ ਚੱਲਣਾ ਤੇ ਹੁਕਮ ਰਜਾਈ ਚੱਲਣ ਦਾ ਗੁਰਬਾਣੀ ਵਿੱਚ ਇਹ ਤਰੀਕਾ ਦੱਸਿਆ ਹੈ। ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਤੇ ਸਿਫਤ ਸਲਾਹ ਲੈ ਜਾਂਦਾ ਹੈ ਵਿਸਮਾਦ ਵਿੱਚ ਤੇ ਵਿਸਮਾਦ ਰਜਾਈ ਵਿੱਚ। ਇਹ ਹੈ ਪ੍ਰੇਮ ਦੀ ਅਵਧੀ। ਵਿਸਮਾਦ ਦਾ ਸਾਧਨ ਹੈ ਸਿਫਤ ਸਲਾਹ। ਵਿਸਮਾਦ ਸਿਫਤ, ਵਿਸਮਾਦ ਸਲਾਹ। ਸਾਡੇ ਸ੍ਰੀ ਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਹੁਕਮ ਹੈ ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਲ ਮੈਲ ਦੂਰ ਹੋ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਮੇ ਬਿਖ ਫੈਲ। ਸਿਫਤ ਸਲਾਹ ਨਾਲ ਹੀ ਮਨ ਤੇ ਸਰੀਰ ਸੁਖੀ ਤੇ ਰਸਮਈ ਹੁੰਦੇ ਹਨ। ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ। ਪਰ ਇਹ ਮਾਰਗ ਹਰ ਕਿਸੇ ਨੂੰ ਪ੍ਰਾਪਤ ਨਹੀਂ। ਸਿਫਤ ਸਲਾਹਨ ਭਗਤ ਵਿਰਲੇ ਦਿੱਤੀਆਂ। ਸਿਫਤ ਸਲਾਹ ਦਾ ਮਾਰਗ ਕਿਵੇਂ ਹੈ? ਅਰਦਾਸ ਕਰਨੀ, ਵਾਹਿਗੁਰੂ ਦਾ ਜਸ ਕਰਨਾ, ਆਪਣੀ ਆਤਮ ਮੰਗ ਮੰਗਣੀ, ਇਹ ਪਹਿਲਾ ਕਦਮ ਹੈ। ਗੁਰਬਾਣੀ ਸਿਫਤ ਸਲਾਹ ਨਾਲ ਭਰੀ ਪਈ ਹੈ ਤੇ ਸਿਫਤ ਸਲਾਹ ਦੇ ਭੰਡਾਰ ਭਰੇ ਪਏ ਹਨ। ਸਿਫਤੀ ਭਰੇ ਤੇਰੇ ਭੰਡਾਰਾ। ਗੁਰਬਾਣੀ ਪ੍ਰੇਮ ਨਾਲ ਪੜ੍ਹਨੀ ਸਿਫਤ ਸਲਾਹ ਹੈ। ਕੀਰਤਨ ਨਿਰਮੋਲਕ ਹੀਰਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਪੁਨਾ ਕਿਰਤ ਕਰੇ ਸੁਆਮੀ ਤੇਰੇ ਦੁਆਰੇ। ਨਾਮ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਮੰਤਰਾਂ ਦਾ ਸਿਰ ਮੰਤਰ ਵਾਹਿਗੁਰੂ ਗੁਰੂ ਮੰਤਰ ਹੈ। ਜਪ ਹੋਮੇ ਕੋਈ ਸਿਫਤ ਸਲਾਹ ਹੈ। ਵਾਹ ਵਾਹ ਅਕਾਲ ਪੁਰਖ ਦੀ ਸਿਫਤ ਕਰਨੀ ਹੈ, ਸਲਾਹ ਕਰਨੀ ਹੈ। ਧੰਨ ਹੈ, ਧੰਨ ਹੈ। ਕੌਣ ਧੰਨ ਹੈ? ਜੋ ਸਾਡੇ ਅੰਧਕਾਰ ਨੂੰ ਦੂਰ ਕਰਨੇ ਵਾਲਾ ਗੁਰੂ ਹੈ, ਵਾਹਿਗੁਰੂ। ਲਿਖਿਆ ਹੈ ਵਾਹੋ ਵਾਹੋ ਸਿਫਤ ਸਲਾਹ ਹੈ। ਸੋ ਵਾਹਿਗੁਰੂ ਮੰਤਰ ਜਪਣਾ ਸਿਫਤ ਸਲਾਹ ਕਰਨਾ ਹੈ। ਵਾਹ ਉਸ ਵੇਲੇ ਕਰੀਦਾ ਹੈ ਜਦੋਂ ਵਿਸਮਾਦ ਤੋਂ ਹੇਠਾਂ ਮਨ ਵਿੱਚ ਮੁੜੀਦਾ ਹੈ ਜਾਂ ਮਨ ਤੋਂ ਵਿਸਮਾਦ ਵੱਲ ਨੂੰ ਚੜ੍ਹੀਦਾ ਹੈ। ਸੋ ਇਹ ਮੰਤਰ ਵਾਹਿਗੁਰੂ ਵਿਸਮਾਦ ਵਿੱਚ ਚੜ੍ਹਨ ਦਾ ਸਾਧਨ ਬਣਾਇਆ ਗਿਆ ਹੈ। ਵਾਹਿਗੁਰੂ ਜਪੀਦਾ ਹੈ ਤਾਂ ਕਿ ਸਿਫਤ ਸਲਾਹ ਦਾ ਮਨ ਨੂੰ ਚਾਉ ਚੜ੍ਹਦਾ ਰਹੇ, ਜੋ ਵੱਧ ਵੱਧ ਕੇ ਵਿਸਮਾਦ ਬਣ ਜਾਵੇ ਤੇ ਬੇਮਲੂਮ ਸੁਰਤ ਵਿੱਚ ਹੋਮੇ ਕਟਿੰਦੀ ਰਹੇ। ਪ੍ਰੇਮ ਭਗਤ ਤਿਨ ਪਾਈਆਂ ਵਿਖਿਆ ਨਾਹੀਂ ਜਰੇ। ਇਉਂ ਹਸੰਦਿਆਂ ਖਿਡੰਦਿਆਂ ਜਾ ਮਿਲੀਦਾ ਹੈ ਬਾਲ ਸੁਭਾਏ ਨਾਲ ਹੀ ਅਕਾਲ ਪੁਰਖ ਜੀ ਨੂੰ। ਸੁਖੀ ਹੋ ਜਾਈਦਾ ਹੈ ਜਿਉਂਦੇ ਜੀ ਆਪੇ ਵਿੱਚ ਤੇ ਸਰਬਤ ਦਾ ਹੋਣ ਲੱਗ ਜਾਂਦਾ ਹੈ ਭਲਾ ਸਾਥੋਂ। ਹੁਕਮ ਹੈ ਸੁਨਤ ਕਮਾਵਤ ਹੋਤ ਉਧਾਰ,
ਪਰ ਜੇ ਸੁਣਿਆ ਤੇ ਕਮਾਇਆ ਨਾ, ਪੜ੍ਹਿਆ ਤੇ ਕਮਾਇਆ ਨਾ, ਸਮਝਿਆ ਤੇ ਕਮਾਇਆ ਨਾ ਤਾਂ ਕੀ ਬਣੇ। ਬਾਬਾ ਜੀ ਦਾ ਹੁਕਮ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾਤੀ ਰਥਮਲ ਨਾਉ। ਭਾਈ ਮਾਲੋ ਸਾਂਗੋ ਦਾ ਜੋ ਰਤਾ ਭੋਰਾ ਜੀਵਨਾਂ ਦਾ ਪਤਾ ਸਾਨੂੰ ਇਤਿਹਾਸਾਂ ਵਿੱਚੋਂ ਲਿਖਿਆ ਮਿਲਦਾ ਹੈ, ਉੱਥੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਨੇ ਉਹਨਾਂ ਨੂੰ ਕਠਨ ਮਾਰਗ, ਹੱਠ ਯੋਗ ਦੇ ਤੇ ਹੋਰ ਤਰ੍ਹਾਂ ਦੇ ਯੋਗਾਂ ਦੇ ਸਾਰੇ ਸੁਣਾਏ ਤੇ ਸੁਗਮ ਰਾਹ ਦੱਸਿਆ ਸਿਫਤ ਸਲਾਹ ਦਾ। ਇਹ ਦੱਸ ਕੇ ਉਹਨਾਂ ਨੂੰ ਅਮਲੀ ਤੌਰ ਤੇ ਹਉਮੈ ਜਿੱਤਣ ਦਾ ਰਾਹ ਦੱਸਿਆ। ਹਉਮੈ ਅਮਲੀ ਰੂਪ ਅਰਥਾਤ ਸਾਡੇ ਕਰਤੱਵਾਂ ਵਿੱਚ ਆਪਣੇ ਆਪ ਨੂੰ ਦੁਜਾਇਗੀ ਵਿੱਚ ਪ੍ਰਗਟ ਕਰਦੀ ਹੈ। ਜਗਤ ਵਿੱਚ ਵਰਤੋਂ ਹੋਣੀ ਦੁਜਾਇਗੀ ਦੀ ਆਪਾਲੋਚਨਾ ਤੇ ਦੂਸਰਿਆਂ ਨਾਲ ਵਿਤਕਰਾ ਕਰਨਾ, ਇਹ ਹਉਮੈ ਵਰਤੋਂ ਵਿੱਚ ਪ੍ਰਗਟੀ ਦੀ ਹੈ। ਮਾਲੋ ਮਾਂਗੋ ਬਾਬਤ ਲਿਖਿਆ ਹੈ ਕਿ ਸਤਿਗੁਰੂ ਦੇ ਫਰਮਾਨ ਮੁਜਬ ਉਹ ਮਾਲੋ ਤੇ ਮਾਂਗੋ ਧਰਮ ਦੀ ਕਿਰਤ ਕਰਕੇ ਵੰਡ ਖਾਵਣ। ਇਸ ਨਾਲ ਵਰਤੋਂ ਵਿੱਚ ਵਰਤ ਰਹੀ ਹਉਮੈ ਦੀ ਨਿਵਰਤੀ ਹੋ ਗਈ, ਭਾਵ ਦੁਜੇਗੀ ਘਟ ਗਈ। ਫਿਰ ਜੋ ਨਾਮ ਜਪੀਦਾ ਹੈ ਉਸ ਨਾਲ ਅੰਦਰ ਦੀ ਹਉਮੈ ਘਟੀਂਦੀ ਹੈ, ਜੋ ਇਸ ਦੀ ਮੂਲ ਹੈ। ਦੂਜੀ ਗੱਲ ਜੋ ਸਤਿਗੁਰੂ ਨੇ ਉਹਨਾਂ ਨੂੰ ਸਿਖਾਈ ਸੀ ਉਹ ਇਹ ਸਾਫ਼ ਪਈ ਹੁੰਦੀ ਹੈ ਕਿ ਹੱਠ ਯੋਗ ਤੇ ਕਰੜੇ ਤਪ ਕਰਕੇ ਤੁਸੀਂ ਸਰੀਰ ਨੂੰ ਸਾਧੋਗੇ, ਫਿਰ ਕੀ ਕਰੋਗੇ? ਫਿਰ ਢੋਲੋਗੇ ਪਰਮੇਸ਼ਰ ਜੀ ਦਾ ਮਿਲਾਪ। ਸਤਿਗੁਰੂ ਨੇ ਸਾਈਂ ਦੀ ਸਿਫਤ ਸਲਾਹ ਸਿਖਾਈ ਉਹਨਾਂ ਨੂੰ ਕਿ ਮਾਰਗ ਸੁਗਮ ਹੈ ਤੇ ਫਲ ਬਹੁਤਾ ਹੈ। ਇਹ ਸਿੱਧਾ ਸਾਈਂ ਮਿਲਾਪ ਵੱਲ ਲੈ ਜਾਂਦਾ ਹੈ। ਹਉਮੈ ਨੂੰ ਕੁਛ ਤਾਂ ਖਾ ਜਾਏਗਾ ਦਾਨ, ਤੇ ਨਾਮ ਤੇ ਜਦ ਨਾਮ ਤੇ ਬਾਣੀ ਨੂੰ ਬਣਾਓਗੇ ਸਿਫਤ ਸਲਾਹ ਤਾਂ ਨਾਲੇ ਵਾਹਿਗੁਰੂ ਮਿਲ ਪਊ, ਨਾਲੇ ਹੋਂ ਤੋਂ ਖਹਿੜਾ ਛੁੱਟ ਜਾਊ। ਜੋ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੱਗ ਕੇ ਰੰਗ ਵਿੱਚ ਆ ਗਿਆ, ਉਸ ਦੀ ਹੋਂ ਕਿੱਥੇ ਰਹੀ, ਤੇ ਜੋ ਪ੍ਰੇਮ ਵਿੱਚ ਆ ਕੇ ਸਦਾ ਉਸ ਦੇ ਰੰਗ ਵਿੱਚ ਰਹਿੰਦਾ ਹੈ, ਉਹ ਮਿਲ ਪਿਆ ਉਸ ਨੂੰ। ਸ੍ਰੀ ਪਾਵਨ ਲਹਿਣਾ ਜੀ। ਮਿਲਾਪ। ਜਬ ਲਗ ਦਰਸ ਨ ਪਰਸੇ ਪ੍ਰੀਤਮ, ਤਬ ਲਗ ਭੂਖ ਪਿਆਸੀ, ਦਰਸ਼ਨ ਦੇਖਤ ਹੀ ਮਨ ਮਾਨਿਆ, ਜਲ ਰਸ ਕਮਲ ਵਿਗਾਸੀ। ਬਰਖਾ ਰੁੱਦੀ ਨਿਕਰੀ ਹੋਈ ਭਿੰਨੜੀ ਰਾਤ ਹੈ। ਇੱਕ ਸੋਹਣੇ ਜਿਹੇ ਮੈਦਾਨ ਵਿੱਚ ਦਰੀ ਵਿਛੀ ਹੋਈ ਹੈ। ਵਿਚਕਾਰ ਇੱਕ ਚੌਂਕੀ ਹੈ ਤੇ ਇਸ ਪਰ ਇੱਕ ਥਾਲੀ ਹੈ। ਥਾਲੀ ਦੇ ਵਿਚਕਾਰ ਆਟੇ ਦੀ ਜੋਤ ਘਿਓ ਨਾਲ ਭਰੀ ਲੱਟ ਲੱਟ ਬਲ ਰਹੀ ਹੈ। ਆਲੇ ਦੁਆਲੇ ਫੁੱਲ ਬੀੜੇ ਹੋਏ ਹਨ। ਇਸ ਚੌਂਕੀ ਤੋਂ ਥੋੜ੍ਹੀ ਥੋੜ੍ਹੀ ਵਿੱਥ ਤੇ ਅਨੇਕਾਂ ਪ੍ਰੇਮੀ ਪੀੜ ਲਈ ਬੈਠੇ ਹਨ। ਕਿਸੇ ਪਾਸ ਛੈਣੇ ਹਨ ਤੇ ਕਿਸੇ ਪਾਸ ਢੋਲਕ, ਕਿਸੇ ਪਾਸ ਖਟਤਾਰ ਹੈ ਤੇ ਕਿਸੇ ਪਾਸ ਮ੍ਰਿਦੰਗ। ਸਾਰੇ ਦੇਵਾ ਰਾਣੀ ਦੀਆਂ ਭੇਟਾਂ ਗਾ ਰਹੇ ਹਨ। ਇਹਨਾਂ ਸਾਰਿਆਂ ਵਿੱਚ ਇੱਕ ਗਰੀਬੀ ਸੂਰਤ ਦਾ ਮਿੱਠਾ ਰਸ ਭਿੰਨੜਾ ਪ੍ਰੇਮ ਦੀ ਦਮਕ ਵਾਲਾ ਸੱਜਣ ਪੈਰੀ ਘੁੰਗਰੂ ਬੰਨੀ ਬੈਠਾ ਹੈ ਤੇ ਕਈ ਵੇਰ ਮੌਜ ਵਿੱਚ ਆ ਕੇ ਉੱਠਦਾ ਤੇ ਐਸੀ ਨ੍ਰਿਤਕਾਰੀ ਕਰਦਾ ਹੈ ਕਿ ਸਭ ਦੀ ਅੱਖ ਜੁੜ ਜਾਂਦੀ ਹੈ ਤੇ ਢੋਲਕ ਛੈਣੇ ਧਰੇ ਰਹਿ ਜਾਂਦੇ ਹਨ। ਰਾਤ ਟੁਰਦੀ ਗਈ, ਲੰਘਦੀ ਗਈ, ਤ੍ਰੇ ਪਹਿਰਾ ਵੱਜ ਗਿਆ। ਹੁਣ ਢੋਲਕ ਛੈਣੇ ਬੰਦ ਹੋਏ ਤੇ ਆਪੋ ਵਿੱਚ ਸਲਾਹਾਂ ਟੁਰੀਆਂ। ਢੇਰ ਚਿਰ ਮਗਰੋਂ ਫੈਸਲਾ ਹੋਇਆ ਕਿ ਅਗਲੇ ਮਹੀਨੇ ਸਾਰਾ ਸੰਗ ਪਹਾੜਾਂ ਵਾਲੀ ਬੰਨੇ ਟੁਰੇ। ਅਜੇ ਪਹਿਲੀ ਘੜੀ ਹੀ ਵੱਜੀ ਸੀ ਕਿ ਸਾਰੇ ਜਣੇ ਘਰੋਂ ਘਰੀ ਟੁਰ ਗਏ, ਪਰ ਉਹ ਜੋ ਪੈਰੀ ਘੁੰਗਰੂ ਬਣ ਕੇ ਨ੍ਰਿਤ ਕਰਨ ਹਾਰੇ ਸੋਹਣੇ ਰੂਪ ਵਾਲੇ ਸਨ, ਇੱਕ ਛੰਬ ਨੂੰ ਨਹਾਉਣ ਚਲੇ ਗਏ। ਇੱਥੇ ਅੱਗੇ ਇੱਕ ਆਦਮੀ ਨਹਾ ਕੇ ਬੈਠਾ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਭੋਗ ਪਾ ਕੇ ਇਸਨੇ ਆਸਾ ਰਾਗ ਵਿੱਚ ਇੱਕ ਜੋ ਸ਼ਬਦ ਗਾਵੇ। ਘੁੰਗਰੂਆਂ ਵਾਲਾ ਸੱਜਣ ਜਿਸ ਦਾ ਨਾਂ ਲੈਣਾ ਸੀ, ਇਸ ਦੇ ਪਾਠ ਸੁਣ ਸੁਣ ਕੇ ਮਗਨ ਹੁੰਦਾ ਗਿਆ। ਉਸ ਨੂੰ ਉਹ ਸਵਾਦ ਆਇਆ ਜੋ ਕਦੇ ਦੇਵੀ ਦੀਆਂ ਭੇਟਾਂ ਗਾਉਂਦਿਆਂ ਨਹੀਂ ਸੀ ਆਇਆ, ਕਦੇ ਆਪਣੀ ਨ੍ਰਿਤਕਾਰੀ ਵਿੱਚ ਨਹੀਂ ਸੀ ਪਿਆ। ਲਹਿਣਾ ਜੀ ਅੰਦਰੋਂ ਬਾਹਰ ਸੁੰਦਰ ਹਨ, ਕਸਤੂਰੇ ਮ੍ਰਿਗ ਵਾਂਗ ਖੁਸ਼ਬੂ ਦੇ ਨਾਪੇ ਹਨ, ਪਰ ਰੱਬ ਨੇ ਖਬਰੇ ਨਹੀਂ ਕੀ ਕੰਮ ਲੈਣਾ ਹੈ ਕਿ ਲਹਿਣਾ ਜੀ ਨੂੰ ਅਜੇ ਉਸ ਦਾ ਕੁਝ ਪਤਾ ਨਹੀਂ। ਉਹ ਘਿਓ ਦੀ ਬਲਦੀ ਲਾਟ ਤੇ ਲੱਟੂ ਹਨ। ਹਰ ਸਾਲ ਦੇਵੀ ਦੇ ਦੁਆਰੇ ਪਹਾੜ ਜਾਂਦੇ ਤੇ ਉੱਥੇ ਬੱਲਣਹਾਰ ਲਾਟਾਂ ਨੂੰ ਵੇਖ ਕੇ ਅਚਰਜ ਹੋ ਜਾਂਦੇ ਹਨ। ਨੇਕੀ ਦਾ ਪੁੰਜ ਹਨ, ਭਲਾਈ ਦਾ ਰੂਪ ਹਨ, ਗਰੀਬੀ ਦੀ ਹੱਦ ਹਨ, ਸੁੰਦਰਤਾ ਦੀ ਅਵਧੀ ਹਨ, ਪਰ ਦੇਖੋ ਅਜੇ ਆਪਣੀ ਖੁਸ਼ਬੂ ਤੇ ਨਾਪੇ ਨੂੰ ਆਪ ਨਹੀਂ ਸੁੰਘ ਰਹੇ। ਰੱਬ ਦੇ ਕਿਸੇ ਦਾਨੇ ਹੱਥ ਨੇ ਤਾਣ ਹੁੰਦੇ ਹੋਏ ਨਿਤਾਣਾ ਕਰ ਰੱਖਿਆ ਹੈ। ਜਦੋਂ ਸਿੱਖ ਉੱਠਿਆ ਤਾਂ ਲਹਿਣਾ ਜੀ ਨੇ ਉਸ ਨੂੰ ਬੁਲਾ ਕੇ ਪੁੱਛਿਆ, ਸੱਜਣਾ ਤੂੰ ਕਿਸ ਦੀ ਬਾਣੀ ਪੜ੍ਹੀ ਹੈ? ਸਿੱਖ, ਜਿਉਂਦੇ ਸਤਿਗੁਰੂ ਦੀ। ਲਹਿਣਾ ਜੀ, ਜਿਉਂਦਾ ਸਤਿਗੁਰੂ ਕੌਣ ਹੈ? ਸਿੱਖ, ਜੋ ਵਾਹਿਗੁਰੂ ਵਿੱਚੋਂ ਆਇਆ ਹੈ। ਲਹਿਣਾ ਜੀ, ਉਹ ਕਿੱਥੇ ਹੈ? ਸਿੱਖ, ਇੱਥੇ ਹੈ, ਉੱਥੇ ਹੈ, ਸਾਰੇ ਹੈ। ਲਹਿਣਾ ਜੀ, ਕਦ ਤੋਂ? ਸਿੱਖ, ਅਜ਼ਲਾਂ ਤੋਂ ਹਨ, ਆਦਿ ਜੁਗਾਤ ਤੋਂ ਹਨ। ਲਹਿਣਾ ਜੀ, ਹਰਿਆਣ ਹੋ ਕੇ ਦੇਹ ਵਿੱਚ ਹਨ।
ਸਿੱਖ ਅੱਜ ਕੱਲ੍ਹ ਇਸ ਮਾਤ ਲੋਕ ਵਿੱਚ ਦੇਹ ਧਾਰ ਕੇ ਪ੍ਰਗਟੇ ਹੋਏ ਹਨ। ਲੈਣਾ ਜੀ ਅੱਛਾ। ਸਿੱਖ ਸੰਸਾਰ ਵਿੱਚ ਪ੍ਰੇਮ ਨਹੀਂ ਰਿਹਾ, ਜੀਵਨ ਕਣੀ ਨਹੀਂ ਰਹੀ, ਪਿਰਮ ਰਸ ਨਹੀਂ ਰਿਹਾ, ਅੰਧਕਾਰ ਛਾ ਗਿਆ ਹੈ, ਸੂਗ ਹੀ ਸੂਗ ਹੈ। ਇਸ ਕਰਕੇ ਗੁਰੂ ਨੇ ਐਤਕੀ ਆਪਣਾ ਕੋਈ ਕਾਇਮ ਮੁਕਾਮ ਅਵਤਾਰ ਜਾਂ ਭਗਤ ਨਹੀਂ ਪ੍ਰਗਟਾਇਆ, ਆਪ ਹੀ ਆ ਗਿਆ ਹੈ। ਲੈਣਾ ਅੱਜ ਕੱਲ੍ਹ ਮੁਕਾਮ ਕਿੱਥੇ ਹੈ? ਸਿੱਖ ਰਾਵੀ ਕਿਨਾਰੇ ਕਰਤਾਰਪੁਰ। ਲੈਣਾ ਜੀ ਨਾਮ ਦੀ ਕਿਰਪਾ ਕਰ ਸਕਦੇ ਹੋ। ਸਿੱਖ ਸੀਸ ਨਿਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ। ਨਾਮ ਸੁਣਦੇ ਸਾਰ ਲੈਣਾ ਜੀ ਦੇ ਲੁਕੰਡੇ ਖੜੇ ਹੋ ਗਏ। ਇੱਕ ਥਰਾਟ ਆਈ ਤੇ ਨੈਣ ਬੰਦ ਹੋ ਗਏ। ਕਿੰਨਾ ਚਿਰ ਲੰਘਿਆ ਪਤਾ ਨਹੀਂ। ਫਿਰ ਲੈਣਾ ਜੀ ਦੇ ਨੇਤਰ ਖੁੱਲੇ, ਸੋਚਦੇ ਹਨ ਕਿ ਇਹ ਕੌਣ ਹੈ, ਇਸ ਨੇ ਮੈਨੂੰ ਕੀ ਸੁਣਾਇਆ ਹੈ, ਮੈਂ ਕਿਸ ਰਸ ਸਾਗਰ ਵਿੱਚ ਗੋਤਾ ਲਾ ਆਇਆ ਹਾਂ। ਗੁਰੂ ਨਾਨਕ, ਹੇ ਦੇਵਾ, ਇਹ ਕੇਹੀ ਅਪਣਤ ਹੈ, ਕੇਹੀ ਖਿੱਚ ਤੇ ਧੂ ਹੈ। ਪਿਆਰਿਆ, ਇਹ ਗੁਰੂ ਨਾਨਕ ਤੇਰਾ ਗੁਰੂ ਹੈ। ਮਨ ਵਿੱਚ, ਹੇ ਦੇਵਾ, ਮੇਰੀ ਤਾਂ ਤੂੰ ਸੈ, ਇਹ ਗੁਰੂ ਨਾਨਕ ਮੈਨੂੰ ਕਿਉਂ ਮੇਰਾ ਹੋ ਲੱਗਾ ਹੈ। ਇਹ ਤੇਰਾ ਹੈ ਕਿ ਤੂੰ ਇਸਦੀ ਹੈ। ਸਿੱਖ ਵੱਲ ਤਾਕੀ, ਹੇ ਸੋਹਣੇ ਸੱਜਣਾ, ਗੁਰੂ ਨਾਨਕ ਧੂਰੋਂ ਹੈ ਸੱਚ। ਸਿੱਖ ਹਾਂ ਭਾਈ, ਧੂਰੋਂ ਆਪ। ਲੈਣਾ ਜੀ ਹੁਣ ਵੀ ਦਰਗਾਹ ਤੱਕ ਪਹੁੰਚਿਆ ਹੈ। ਸਿੱਖ ਉਹ ਬ੍ਰਹਮੰਡ ਦਾ ਹੈ, ਉਹ 9 ਖੰਡ ਪ੍ਰਿਥਵੀ ਦਾ ਹੈ, ਉਹ ਸਭ ਕਿਸੇ ਦਾ ਹੈ। ਇੱਕ ਵੇਰ ਗੁਰੂ ਨਾਨਕ ਦੇਵ ਜੀ ਨੂੰ ਵੇਈ ਨਾਓ ਦਿਆਂ ਨੂੰ ਰੱਬ ਦੇ ਅਰੂਪ ਸੇਵਕ ਦਰਗਾਹ ਲੈ ਗਏ। ਤਦ ਸੇਵਕਾਂ ਜਾਏ ਹਾਜ਼ਰ ਕੀਤਾ, ਜੀ ਨਾਨਕ ਹਾਜ਼ਰ ਹੈ। ਤਬ ਸੱਚੀ ਦਰਗਾਹ ਦਾ ਦਰਸ਼ਨ ਹੋਇਆ, ਸਾਹਿਬ ਮਿਹਰਬਾਨ ਹੋਇਆ। ਆਗਿਆ ਪਰਮੇਸ਼ਰ ਕੀ ਹੋਈ ਤਾਂ ਅੰਮ੍ਰਿਤ ਦਾ ਕਟੋਰਾ ਪਰ ਘਰ ਗੁਰੂ ਨਾਨਕ ਨੂੰ ਮਿਲਿਆ। ਹੁਕਮ ਹੋਇਆ ਨਾਨਕ, ਇਹ ਅੰਮ੍ਰਿਤ ਨਾਹੀਂ, ਮੇਰੇ ਨਾਮ ਦਾ ਪਿਆਲਾ ਹੈ, ਤੂੰ ਪੀਓ। ਤਬ ਗੁਰੂ ਨਾਨਕ ਤਸਲੀਮ ਕੀਤਾ, ਪਿਆਲਾ ਪੀਤਾ। ਸਾਹਿਬ ਮਿਹਰਬਾਨ ਹੋਇਆ। ਨਾਨਕ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਸਾਈਂ ਨਿਹਾਲ ਕੀਤਾ, ਔਰ ਜੋ ਤੇਰਾ ਨਾਮ ਲਵੇਗਾ ਸੋ ਵੀ ਨਿਹਾਲ ਕੀਤਾ। ਤੂੰ ਜਾਇ ਕਰ ਮੇਰਾ ਨਾਮ ਜਪ, ਔਰ ਲੋਕਾਂ ਤੇ ਜਪਾਏ, ਔਰ ਸੰਸਾਰ ਤੇ ਵੀ ਨਿਰਲੇਪ ਦਾ ਨਿਰਲੇਪ ਰਹੋ। ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ। ਮੈਂ ਤੇਰੇ ਤਾਈਂ ਆਪਣਾ ਨਾਮ ਦਿਆ ਹੈ, ਤੂੰ ਇਹ ਕਿਰਤ ਕਰ। ਤਬ ਗੁਰੂ ਨਾਨਕ ਤਸਲੀਮ ਕੀਤਾ, ਖੜਾ ਹੋਇਆ। ਤਬ ਹੁਕਮ ਆਇਆ, ਨਾਨਕ ਮੇਰੇ ਨਾਮ ਕੀ ਵਡਿਆਈ ਕੈਸੀ ਹੈ। ਤਬ ਗੁਰੂ ਨਾਨਕ ਸ਼ਬਦ ਬੋਲਿਆ, ਰਾਗ ਸ੍ਰੀ ਰਾਗ ਵਿੱਚ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਯਾਰ ਜਾ, ਪਵਨ ਪੀਅਨ ਅਪਿਆਓ। ਚੰਦ ਸੂਰਜ ਦੁਏ ਗੁਫੇ ਨਾ ਦੇਖਾ, ਸੁਪਨੇ ਸੋਣ ਨਾ ਥਾਓ। ਭੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾਂ ਨਾਓ। ਤਬ ਫੇਰ ਆਵਾਜ਼ਾ ਹੋਇਆ, ਨਾਨਕ ਮੇਰਾ ਹੁਕਮ ਤੇਰੀ ਨਦਰ ਆਇਆ ਹੈ, ਤੂੰ ਮੇਰੇ ਹੁਕਮ ਦੀ ਸਿਫਤ ਕਰ। ਤਬ ਬਾਬਾ ਬੋਲਿਆ, ਰਾਗ ਆਸਾ ਵਿੱਚ ਜਪ ਕੀਤਾ। ਮਹੱਲਾ ਪਹਿਲਾ ਸਲੋਕ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਾਂ ਜਪ ਬਾਬੇ ਕੀਤਾ, ਤਬ ਫਿਰ ਆਗਿਆ ਆਈ। ਹੁਕਮ ਹੋਇਆ, ਨਾਨਕ ਜਿਸ ਉੱਪਰ ਮੇਰੀ ਨਦਰ, ਤਿਸ ਉੱਪਰ ਤੇਰਾ ਕਰਮ, ਤਿਸ ਹੀ ਉੱਪਰ ਮੇਰਾ ਵੀ ਕਰਮ। ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉ ਗੁਰੂ ਪਰਮੇਸ਼ਰ। ਤਬ ਗੁਰੂ ਨਾਨਕ ਪੈਰੀ ਪਿਆ, ਤਬ ਸਿਰੋਂ ਪਾਓ ਦਰਗਾਹੋਂ ਬਾਬੇ ਨੇ ਮਿਲਿਆ। ਲੈਣਾ ਜੀ ਨੇ ਜਦ ਇਹ ਸਾਖੀ ਸੁਣੀ ਤਾਂ ਹੋਰ ਪ੍ਰੇਮ ਵਿੱਚ ਆ ਕੇ ਬੋਲੇ, ਭਾਈ ਗੁਰੂ ਨਾਨਕ ਦੀ ਬਾਣੀ ਤੇ ਗੁਰੂ ਨਾਨਕ ਦਾ ਨਾਉ ਇਸੇ ਕਰਕੇ ਐਡਾ ਮਿੱਠਾ ਹੈ ਜੋ ਭਗਵੰਤ ਨੇ ਕੱਲੇ ਹਨ, ਗੁਰੂ ਪਰਮੇਸ਼ਰ ਹਨ, ਪਰਮੇਸ਼ਨ ਰੂਪ ਹੋਏ ਨਾ ਆਪ। ਇਹ ਸੁਣ ਕੇ ਆਪ ਨੇ ਉਸ ਗੁਰਸਿੱਖ ਤੋਂ ਉਸ ਦਾ ਪੜਿਆ ਸ਼ਬਦ ਕੰਠ ਕਰ ਲਿਆ ਤੇ ਅਗਲੇਰੇ ਦਿਨ ਆਪ ਜੀ ਮਾਈ ਵਿਰਾਈ ਨੂੰ ਮਿਲੇ। ਉਹਨਾਂ ਨਾਲ ਵਾਰਤਾਲਾਪ ਦੇ ਮਗਰੋਂ ਆਪ ਨੇ ਪੱਕ ਧਾਰ ਲਈ ਕਿ ਦੇਵੀ ਵੱਲ ਜਾਂਦਿਆਂ ਕਰਤਾਰਪੁਰ ਹੋ ਕੇ ਦਰਸ਼ਨ ਕਰਕੇ ਜਾਣਾ ਹੈ। ਸਨੇ ਸਨੇ ਉਹ ਦਿਨ ਆ ਗਏ। ਸਾਰਾ ਸੰਗ ਦੇਵੀ ਦੇ ਦਰਸ਼ਨਾਂ ਨੂੰ ਤੁਰਿਆ, ਪਰ ਪਹਿਲੇ ਕਰਤਾਰਪੁਰ ਹੋ ਕੇ ਜਾਣ ਦੀ ਸਲਾਹ ਲੈਣਾ ਜੀ ਨੇ ਪੱਕੀ ਕਰਾ ਲਈ ਸੀ। ਸੋ ਪਹਿਲੋਂ ਸਾਰੇ ਕਰਤਾਰਪੁਰ ਅਪੜੇ। ਸੰਗ ਦਾ ਡੇਰਾ ਵਸੋਂ ਤੋਂ ਬਾਹਰ ਹੋਇਆ ਤੇ ਸ਼੍ਰੀ ਲੈਣਾ ਜੀ ਹੁਣ ਵਸੋਂ ਵਿੱਚ ਗਏ। ਸਰੀਰ ਵਿੱਚ ਇੱਕ ਕਪਕਪੀ ਜਿਹੀ ਹੈ, ਅੰਦਰ ਵਿੱਚ ਅਕੇ ਖਿੱਚ ਹੈ, ਅੱਖਾਂ ਵਿੱਚ ਲਲਣਾ ਹੈ, ਛਾਤੀ ਧੜਕਦੀ ਹੈ, ਉਮਗਦੀ ਹੈ ਤੇ ਫਿਰ ਸੀਤਲ ਹੋ ਜਾਂਦੀ ਹੈ। ਸਿਰ ਲੈਣਾ ਜੀ ਦੇ ਪਿੰਡ ਪ੍ਰਵੇਸ਼ ਕਰਦੇ ਹੀ ਗੁਰਾਂ ਦੇ ਗੁਰੂ ਨਾਨਕ ਆਪਣੇ ਪਿਆਰੇ ਆਪੇ ਦੇ ਆਗਮ ਨੂੰ ਸਮਝ ਕੇ ਖਿੱਚੇ ਗਏ। ਆਪਣੇ ਆਸਨ ਤੋਂ ਉੱਠੇ ਤੇ ਗਲੀ ਵਿੱਚ ਅੱਗੋਂ ਲੈਣ ਆ ਗਏ। ਦੇਖੋ ਅਚਰਜ, ਗੁਰਸਿੱਖ ਨੂੰ ਲੈਣ ਆ ਰਿਹਾ ਹੈ। ਲੈਣਾ ਜੀ ਦੇ ਨੈਣ ਤਰਪਤਰ ਸੂਰਤ ਆਪਣੇ ਗੁਰੂ ਨਾਨਕ ਦੇ ਮਿਲਣ ਦੇ ਚਾਅ ਵਿੱਚ ਮਦਹੋਸ਼ ਆ ਰਹੇ ਹਨ।
ਗੁਰੂ ਨਾਨਕ ਨੂੰ ਵੇਖ ਕੇ ਕੇਵਲ ਇੰਨਾ ਭਾਸਿਆ ਕਿ ਕੋਈ ਠੰਡਾ ਸੱਜਣ ਖੜਾ ਹੈ। ਉਹਨਾਂ ਤੋਂ ਨਿਮਰਤਾ ਨਾਲ ਗੁਰੂ ਨਾਨਕ ਦਾ ਟਿਕਾਣਾ ਪੁੱਛਿਆ। ਬੜੇ ਹਿੱਤ ਤੇ ਪਿਆਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ, ਆ ਪੁਰਖਾ, ਮੇਰੇ ਪਿੱਛੇ ਘੋੜੀ ਲੈ ਆਓ। ਇਹ ਕਹਿ ਕੇ ਗੁਰੂ ਜੀ ਨੇ ਉਸ ਨੂੰ ਧਰਮਸਾਲ ਪਾਸ ਪਹੁੰਚਾਇਆ ਤੇ ਆਪ ਦੂਜੇ ਰਸਤਿਓਂ ਅੰਦਰ ਜਾ ਕੇ ਬੈਠ ਗਏ। ਲੈਣਾ ਜੀ ਘੋੜੀ ਤੋਂ ਉਤਰੇ, ਘੋੜੀ ਖੁੱਟੇ ਨਾਲ ਬੱਧੀ ਤੇ ਆਪ ਧਰਮਸਾਲ ਦੇ ਅੰਦਰ ਲੰਘ ਗਏ ਤੇ ਗੁਰੂ ਨਾਨਕ ਦੇਵ ਜੀ ਦੇ ਚਰਨੀ ਜਾ ਪਏ। ਸਮੁੰਦ ਦੀ ਸ਼ਰਨ ਸਿੰਧ ਆ ਪਿਆ ਹੈ, ਸੂਰਜ ਦੀ ਸ਼ਰਨ ਚਾਨਣ ਨੇ ਆ ਲਈ ਹੈ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮਿਕਿਓਨ। ਜਿੰਨਾ ਚਿਰ ਚਰਨੀ ਪਏ ਰਹੇ ਮਿਲਾਪ ਰਸ ਵਿੱਚ ਮਗਨ, ਸਜਲ ਨੇਤਰ ਪਏ ਰਹੇ, ਉਹ ਆਤਮਾ ਨੂੰ ਠੰਡ ਵਰਤੀ ਜੋ ਕਦੇ ਅੱਗੇ ਡਿੱਠੀ ਨਹੀਂ ਸੀ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।